गुड मॉर्निंग प्यारे बच्चों, स्वागत है तुहाडा सारिਆਂ ਦਾ ਤੁਹਾਡੇ ਆਪਣੇ YouTube ਚੈਨਲ ਮੈਥ ਪੰਜਾਬ ਵਿੱਚ। ਤੇ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗੀ ਹਾਊ ਟੂ ਕਰੈਕ NMMS NTSC। ਇਸ ਦਾ ਮਤਲਬ ਹੈ ਕਿ ਅਸੀਂ ਕਿਵੇਂ NTSC ਤੇ NMMS ਵਿੱਚੋਂ ਸਕਾਲਰਸ਼ਿਪ ਜਿੱਤਣਾ ਹੈ, ਇਸ ਪੇਪਰ ਨੂੰ ਕਰੈਕ ਕਰਨਾ ਹੈ। ਮੀਨਸ ਕਿ ਅਸੀਂ ਇੰਨੇ ਕੁ ਨੰਬਰ ਲੈਣੇ ਹੈ, ਇੰਨੇ ਜ਼ਿਆਦਾ ਤੋਂ ਜ਼ਿਆਦਾ ਨੰਬਰ ਲੈਣੇ ਹੈ ਕਿ ਅਸੀਂ ਵਜ਼ੀਫਾ ਲੈਣ ਵਾਲੇ ਬੱਚਿਆਂ ਦੇ ਵਿੱਚ ਸ਼ਾਮਿਲ ਹੋ ਜਾਈਏ। ਤਾਂ ਇਸ ਦੇ ਲਈ ਕਿਹੜੀ ਸਟ੍ਰੈਟਜੀ ਅਪਣਾਉਣੀ ਹੈ, ਕਿਹੜੀਆਂ ਕਿਤਾਬਾਂ ਪੜ੍ਹਨੀਆਂ ਹਨ, ਕਿੰਨੇ ਘੰਟੇ ਪੜ੍ਹਾਈ ਕਰਨੀ ਹੈ ਤੇ ਕਿਵੇਂ ਇਸ ਪੇਪਰ ਦੇ ਲਈ ਤੁਸੀਂ ਤਿਆਰੀ ਕਰਨੀ ਹੈ, ਇਹ ਸਭ ਇਸ ਜਿਹੜਾ ਵੀਡੀਓ ਦਾ ਮੈਟਰ ਹੋਵੇਗਾ, ਜਿਹੜਾ ਵੀ ਵਿਲ ਡਿਸਕਸ ਇਨ ਦਿਸ ਵੀਡੀਓ। ਚਲੋ ਆਓ ਦੇਖਦੇ ਹਾਂ। ਤਾਂ ਬੇਟਾ ਹਾਊ ਟੂ ਕਰੈਕ NMMS ਔਰ NTSC। ਇਸ ਦੇ ਲਈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਮੈਰਿਟ ਹੁੰਦੀ ਕੀ ਹੈ, ਮੈਰਿਟ ਕਿਸ ਨੂੰ ਕਹਿੰਦੇ ਹੈ ਤੇ ਪਾਸ ਮਾਰਕਸ ਕੀ ਹੁੰਦੇ ਹਨ। ਦੇਖੋ ਬੇਟਾ, NMMS ਵਿੱਚ ਤੁਹਾਡੇ ਕੋਲ ਮੈਥ ਤੇ ਸੈਟ ਦੋ ਪੇਪਰ ਹੁੰਦੇ ਹਨ ਤੇ ਮੈਥ ਜਿਹੜਾ ਹੈ ਟੋਟਲ ਮਾਰਕਸ ਮੈਥ ਦੇ ਜਿਹੜੇ 90 ਵਿੱਚੋਂ ਹੁੰਦੇ ਹਨ। 90 ਮਾਰਕਸ 90 ਹੀ ਮਿੰਟ ਮਿਲਦੇ ਹਨ ਤੇ 90 ਹੀ ਮਾਰਕਸ ਦਾ ਇਹ ਪੇਪਰ ਮੈਥ ਦਾ ਹੁੰਦਾ ਹੈ, ਮੈਂਟਲ ਐਬਿਲਿਟੀ ਟੈਸਟ, ਜਿਹਦੇ ਲਈ ਕਿ ਕੋਈ ਫਿਕਸਡ ਸਿਲੇਬਸ ਨਹੀਂ ਹੈ। ਪ੍ਰੀਵੀਅਸ ਈਅਰ ਦੇ ਕੁਐਸਚਨ ਪੇਪਰਸ ਤੁਸੀਂ ਚੁੱਕੋ ਤੇ ਉਹਦੇ ਵਿੱਚ ਤੁਸੀਂ ਦੇਖੋ ਕਿਸ ਟਾਈਪ ਦੇ ਸਮਸ ਜਿਹੜੇ ਹੈ ਉਹ ਕਿਹੜੇ ਟੌਪਿਕ ਉਹਦੇ ਵਿੱਚ ਆਉਂਦੇ ਹਨ ਤੇ ਆਲਮੋਸਟ ਉਹ ਤਾਂ ਤੁਸੀਂ ਸਾਰੇ ਕਰਨੇ ਹੀ ਹਨ। ਕੋਈ ਵੀ ਤੁਸੀਂ ਬੁੱਕ ਲੈ ਕੇ ਉਹਦੇ ਵਿੱਚੋਂ ਇਹ ਟੌਪਿਕਸ ਤੇ ਤੁਸੀਂ ਪ੍ਰੈਕਟਿਸ ਕਰ ਸਕਦੇ ਹੈ। ਔਰ ਦੇਖੋ ਬੇਟਾ, 90 ਮਾਰਕਸ ਦਾ ਮੈਥ NMMS ਦਾ ਤੇ 90 ਮਾਰਕਸ ਦਾ ਹੀ ਸੈਟ, ਇਟ ਮੀਨਸ ਟੋਟਲ ਜਿਹੜੇ 180 ਮਾਰਕਸ ਹੈ। ਪਾਸਿੰਗ ਮਾਰਕਸ ਜਿਹੜੇ ਹੈ ਉਹ 40% ਹੈ। ਇਸ ਪੇਪਰ ਵਿੱਚ 33% ਵਾਲਾ ਪਾਸ ਨਹੀਂ ਹੁੰਦਾ, 40% ਵਾਲਾ ਪਾਸ ਹੁੰਦਾ ਹੈ। ਤਾਂ ਯਾਦ ਰੱਖੋ ਬੇਟਾ, 90 ਵਿੱਚੋਂ 36 ਮਾਰਕਸ ਜਿਹੜੇ ਹੈ ਉਹ ਹੈ 40%। ਇਟ ਮੀਨਸ ਕਿ 36 ਕੁਐਸਚਨਸ ਜਿਹੜਾ ਬੱਚਾ ਰਾਈਟ ਕਰਕੇ ਆਊਗਾ, ਬਾਕੀ ਗਲਤ ਕੁਐਸਚਨਾਂ ਦੇ ਕੋਈ ਮਾਰਕਸ ਨਹੀਂ ਕੱਟੇ ਜਾਣਗੇ, ਨੈਗੇਟਿਵ ਮਾਰਕਿੰਗ ਇਹਦੇ 'ਚ ਨਹੀਂ ਹੈ। ਤੇ ਸਾਰਾ ਹੀ ਪੇਪਰ ਜਿਹੜਾ ਟੋਟਲ 180 ਮਾਰਕਸ ਦਾ ਪੇਪਰ ਜਿਹੜਾ ਮਲਟੀਪਲ ਚੋਇਸ ਕੁਐਸਚਨਸ ਦੇ ਉੱਤੇ ਬੇਸਡ ਹੈ। ਇਹਦੇ ਵਿੱਚ 4 ਆਪਸ਼ਨਸ ਦਿੱਤੀਆਂ ਹੋਣਗੀਆਂ ਤੇ ਤੁਸੀਂ ਇੱਕ ਨੂੰ ਜਿਹੜਾ ਟਿਕ ਕਰਨਾ ਹੈ ਜਾਂ ਉਹਨੂੰ ਫਿਲਅਪ ਕਰਨਾ ਹੈ OMR ਸ਼ੀਟ ਵਿੱਚ। ਤੇ ਇਸੇ ਤਰ੍ਹਾਂ ਸੈਟ ਵਿੱਚ ਵੀ 36 ਕੁਐਸਚਨ ਕਰਨੇ ਹਨ ਤਾਂ ਟੋਟਲ ਤੁਹਾਨੂੰ 180 ਵਿੱਚ 72 ਮਾਰਕਸ ਮਿਲਦੇ ਹਨ। 36 ਐਂਡ 36 ਤਾਂ ਤੁਸੀਂ ਇਹਨੂੰ ਸਿਰਫ ਪਾਸ ਕੀਤਾ ਹੈ। ਪਾਸ ਕਰਨ ਦੇ ਨਾਲ ਤੁਹਾਨੂੰ ਵਜ਼ੀਫਾ ਨਹੀਂ ਮਿਲ ਜਾਂਦਾ, ਤਾਂ ਵਜ਼ੀਫਾ ਲੈਣ ਲਈ ਕੀ ਕਰਨਾ ਹੈ, ਮੈਰਿਟ ਦੇ ਲਈ ਮੈਂ ਤੁਹਾਨੂੰ ਦੱਸ ਦੇਵਾਂ ਬੇਟਾ ਕਿ ਇਹ ਵੀ ਕੋਈ ਕ੍ਰਾਈਟੀਰੀਆ ਨਹੀਂ ਹੈ ਜਿਹੜਾ ਮੈਂ ਤੁਹਾਨੂੰ ਲਿਖਿਆ ਹੈ ਕਿ 85% ਮਾਰਕਸ ਲੈ ਲਓ ਤੁਸੀਂ। 90 ਦਾ 85% ਕਿੰਨਾ ਬਣਦਾ ਹੈ, 76 ਮਾਰਕਸ। ਤੇ 76 ਤੁਸੀਂ ਲੈ ਲਓ ਮੈਥ ਵਿੱਚੋਂ, 76 ਲੈ ਲਓ ਸੈਟ ਵਿੱਚੋਂ, ਟੋਟਲ ਤੁਸੀਂ 152 ਲੈ ਲਓ। ਪਰ ਫਿਰ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਤੁਸੀਂ ਮੈਰਿਟ ਵਿੱਚ ਆਏ ਕਿ ਨਹੀਂ। ਇਸ ਦੇ ਬਾਰੇ ਮੈਂ ਤੁਹਾਨੂੰ ਮੈਰਿਟ ਦੇ ਬਾਰੇ ਤੁਹਾਨੂੰ ਹੋਰ ਦੱਸਦੀ ਹਾਂ। ਬੇਟਾ ਤੁਹਾਨੂੰ ਪਤਾ ਹੈ ਪੂਰੇ ਦੇਸ਼ ਵਿੱਚ 1 ਲੱਖ ਬੱਚਿਆਂ ਨੂੰ NMMS ਦਾ ਜਿਹੜਾ ਵਜ਼ੀਫਾ ਹੈ ਉਹ ਮਿਲਦਾ ਹੈ। ਪੂਰੇ ਭਾਰਤ ਦੇ ਉੱਪਰਲੇ ਜਿਹੜੇ 1 ਲੱਖ ਬੱਚੇ, ਉੱਪਰਲੇ ਕਿਹੜੇ, ਜਿਨ੍ਹਾਂ ਨੇ ਵੱਧ ਤੋਂ ਵੱਧ ਨੰਬਰ ਲਏ ਹਨ। ਉਹ ਵੱਧ ਤੋਂ ਵੱਧ ਕਿੰਨੇ ਹੋ ਸਕਦੇ ਹਨ, ਕੋਈ ਹੋ ਸਕਦਾ ਹੈ ਕਿ ਸਭ ਤੋਂ ਹਾਈਐਸਟ ਮਾਰਕਸ ਜਿਹੜੇ ਹੈ ਉਹ 85% ਹੀ ਲਏ ਹੋਣ ਜਾਂ ਹਾਈਐਸਟ ਮਾਰਕਸ ਜਿਹੜੇ ਹੈ ਉਹ 99% ਲਏ ਹੋਣ। ਤੇ ਤੁਸੀਂ ਦੇਖੋ ਕਿ ਟੋਟਲ 1 ਲੱਖ ਬੱਚੇ ਤੇ ਪੰਜਾਬ ਵਿੱਚ ਜਿਹੜੇ ਹੈ 2210 ਬੱਚੇ ਜਿਹੜੇ ਹੈ ਉਹ NMMS ਦਾ ਵਜ਼ੀਫਾ ਪ੍ਰਾਪਤ ਕਰ ਸਕਦੇ ਹਨ। ਸਟੇਟ ਦੀ ਕਿੰਨੀ ਪੋਪੂਲੇਸ਼ਨ ਹੈ ਤੇ ਕਿੰਨੇ ਬੱਚੇ ਜਿਹੜੇ 7th ਕਲਾਸ ਵਿੱਚ ਐਡਮਿਸ਼ਨ ਲੈਂਦੇ ਹਨ, ਇਸ ਗੱਲ ਤੇ ਬੇਸਡ ਹੁੰਦਾ ਹੈ। 7th ਕਲਾਸ ਮੈਂ ਬੋਲਿਆ ਹੈ, 7th ਕਲਾਸ ਵਿੱਚ ਜਿਹੜੇ ਐਡਮਿਸ਼ਨ ਲੈਂਦੇ ਹਨ। ਤਾਂ ਇਸ ਗੱਲ ਤੇ ਇਹ ਜਿਹੜੇ 2210 ਜਿਹੜੀ ਹੈ ਗਿਣਤੀ ਆਉਂਦੀ ਹੈ। ਇਸੇ ਤਰ੍ਹਾਂ NTSC ਵਿੱਚ 183 ਬੱਚੇ ਪੰਜਾਬ ਵਿੱਚੋਂ ਚੁਣੇ ਜਾਂਦੇ ਹਨ ਤੇ ਟੋਟਲ ਪੂਰੇ ਦੇਸ਼ ਵਿੱਚੋਂ ਕੇਵਲ 2000 ਬੱਚੇ ਹੀ ਜਿਹੜੇ NTSC ਦਾ ਵਜ਼ੀਫਾ ਪ੍ਰਾਪਤ ਕਰਦੇ ਹਨ। ਤੇ ਇਹਦੇ ਲਈ ਵੀ 85 ਮਾਰਕਸ ਦਾ ਕ੍ਰਾਈਟੇਰੀਆ ਨਹੀਂ ਹੈ। ਹਾਂ, ਤੁਸੀਂ ਇੱਕ ਲਿਮਿਟ ਲੈ ਕੇ ਚੱਲੋ ਕਿ 85 ਤਾਂ ਤੁਸੀਂ ਲੈਣੇ ਹੀ ਲੈਣੇ ਹਨ। ਇਹਦਾ 85 ਜਿਹੜਾ 76 ਕੁਐਸਚਨਸ ਬਣਦੇ ਹਨ ਕਿ 76 ਕੁਐਸਚਨ ਬਿਲਕੁਲ ਤੁਸੀਂ ਰਾਈਟ
करने हैं। इट मीनस कि 90 ਤੇ 90 ਤੁਸੀਂ ਅਟੈਂਪਟ ਕਰਨੇ ਹੈ। ਇਸ ਤਰ੍ਹਾਂ ਦੀ ਤਿਆਰੀ ਕਰਨੀ ਹੈ ਕਿ 90 ਪੂਰੇ ਅਟੈਂਪਟ ਕਰੋ ਤੇ ਉਹਦੇ ਵਿੱਚ 76 ਜਿਹੜੇ ਹੈ ਤੁਹਾਡੇ ਜ਼ਰੂਰ ਹੀ ਰਾਈਟ ਹੋਣੇ ਚਾਹੀਦੇ ਹਨ ਐਟ ਲੀਸਟ, ਤੇ ਤੁਹਾਡੇ ਜਿਹੜਾ ਹੈ ਮੈਰਿਟ ਵਿੱਚ ਆਉਣ ਦੇ ਫਿਰ ਚਾਂਸਿਸ ਹੁੰਦੇ ਹਨ। ਤੇ ਤੁਹਾਨੂੰ ਇਹ ਦੱਸ ਦੇਵਾਂ ਕਿ ਇਹ SCERT ਜਿਹੜਾ ਹੈ ਪੇਪਰ, ਉਹ ਮੈਟ ਦਾ ਪੇਪਰ SCERT ਲੈਂਦੇ। ਜਦੋਂ ਵੀ ਕੰਪੀਟੀਸ਼ਨ ਐਗਜ਼ਾਮ ਹੁੰਦਾ ਹੈ ਤਾਂ ਮੈਂਟਲ ਐਬਿਲਿਟੀ ਦਾ ਟੈਸਟ ਜਿਹੜਾ ਹੈ ਉਹ ਸਟੇਟ ਗਵਰਨਮੈਂਟ ਲੈਂਦੀ ਹੈ। ਸਟੇਟ ਕਾਊਂਸਿਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਵੱਲੋਂ ਤੁਹਾਡਾ ਸਟੇਟ ਗਵਰਨਮੈਂਟ ਵੱਲੋਂ ਮੈਟ ਲਿਆ ਜਾਂਦਾ ਹੈ। ਫਿਰ ਮੈਟ ਦੀ ਮਾਰਕਿੰਗ ਹੁੰਦੀ ਹੈ। ਜੇ ਤੁਸੀਂ ਮੈਟ 'ਚੋਂ 36 ਨੰਬਰ ਲੈ ਲਏ ਹਨ NMMS ਨੇ, ਔਰ NTSC ਵਾਲੇ ਬੱਚੇ ਨੇ 40 ਨੰਬਰ ਲੈ ਲਏ ਹਨ, ਤਾਂ ਹੀ ਉਸ ਦਾ ਜਿਹੜਾ ਸੈਟ ਦਾ ਪੇਪਰ ਹੈ, ਜਿਹੜਾ NCERT ਦੇ ਬੇਸ 'ਤੇ ਹੈ, ਨੈਸ਼ਨਲ ਕਾਊਂਸਿਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ, ਇਹ ਜਿਹੜਾ ਹੈ ਨੈਸ਼ਨਲ ਲੈਵਲ 'ਤੇ ਜਿਹੜਾ ਪੇਪਰ ਸੈਟ ਦਾ ਹੁੰਦਾ ਹੈ ਵਿਦਿਅਕ ਯੋਗਤਾ ਦਾ, ਅਤੇ ਉਹਦੇ ਵਿੱਚ ਤੁਸੀਂ ਉਹਦੀ ਮਾਰਕਿੰਗ ਤਾਂ ਹੀ ਹੋਵੇਗੀ ਜੇ ਤੁਸੀਂ ਮੈਟ ਕਲੀਅਰ ਕੀਤਾ ਹੋਵੇਗਾ। ਇਟ ਮੀਨਸ ਕਿ ਤੁਸੀਂ ਮੈਟ ਦੇ ਉੱਤੇ ਪੂਰਾ ਜ਼ੋਰ ਦੇਣਾ ਹੈ ਅਤੇ ਮੈਟ ਕਲੀਅਰ ਹੈ ਤਾਂ ਹੀ ਤੁਹਾਡਾ ਸੈਟ ਜਿਹੜਾ ਚੈੱਕ ਹੋ ਸਕੇਗਾ। ਮੈਟ ਨੂੰ ਤੁਸੀਂ ਤਾਂ ਤੁਹਾਡਾ ਟਾਰਗੇਟ ਜਿਹੜਾ 36 ਮਾਰਕਸ ਦਾ ਨਹੀਂ ਹੋਣਾ ਚਾਹੀਦਾ, ਤੁਹਾਡਾ ਟਾਰਗੇਟ ਹੋਣਾ ਚਾਹੀਦਾ 76 ਜਾਂ ਤੁਸੀਂ ਇੱਧਰ ਦੇਖੋ 85 ਜਾਂ ਇਸ ਤੋਂ ਵੀ ਵੱਧ ਜਿਹੜਾ ਹੈ ਤੁਹਾਡਾ ਟਾਰਗੇਟ ਹੋਣਾ ਚਾਹੀਦਾ ਹੈ। ਨੈਕਸਟ ਮੈਂ ਗੱਲ ਕਰਾਂਗੀ ਬੁੱਕ ਕਿਹੜੀ ਪੜ੍ਹਨੀ ਹੈ। ਬੁੱਕ ਦੇ ਲਈ ਬੇਟਾ ਤੁਸੀਂ ਕਿਸੇ ਵੀ ਇੱਕ ਰਾਈਟਰ ਦੀ ਤੁਸੀਂ ਬੁੱਕ ਲੈ ਲਓ। ਮੈਂ ਤਾਂ ਕਹਾਂਗੀ ਜਿਹੜੇ ਬੱਚੇ ਅੱਛੀਆਂ ਫੈਮਲੀਆਂ ਤੋਂ ਹੈ ਉਹ 2 ਬੁੱਕਸ ਵੀ ਲੈ ਸਕਦੇ, ਕੁਛ ਵੱਖਰੇ ਰਾਈਟਰਸ ਦੀ, ਜੇ ਤੁਸੀਂ ਮਿਹਨਤ ਕਰ ਸਕਦੇ ਹੋ ਤਾਂ ਤੁਹਾਨੂੰ ਜਿਹੜੇ ਵੀ ਸਮਝ, ਇਸ ਤਰ੍ਹਾਂ ਮੈਂ ਤੁਹਾਨੂੰ YouTube 'ਤੇ ਸਿਖਾ ਰਹੀ ਹਾਂ, ਤਾਂ ਤੁਸੀਂ ਉਸ ਟਾਈਪ ਦੇ ਸਮਝ ਦੀ ਪ੍ਰੈਕਟਿਸ ਕਰਨ ਵਾਸਤੇ ਇੱਕ ਬੁੱਕ ਜ਼ਰੂਰ ਲਓ, ਕਿਉਂਕਿ ਮੈਂ ਤਾਂ ਆਲਰੇਡੀ ਤੁਹਾਨੂੰ ਮੈਟ ਜਿਹੜਾ ਹੈ ਕੁਐਸਚਨ ਪੇਪਰਸ ਦੇ ਪ੍ਰੀਵੀਅਸ ਈਅਰ ਦੇ ਕੁਐਸਚਨ ਪੇਪਰਸ ਲੈ ਕੇ ਉਹਨਾਂ ਵਿੱਚੋਂ ਹੀ ਕਰਾ ਰਹੀ ਹਾਂ। ਵੈਸੇ ਮੈਂ ਤੁਹਾਨੂੰ ਦੱਸ ਦੇਵਾਂ ਵੀ ਇਹਦੀ ਸਟ੍ਰੈਟਜੀ ਇਹ ਹੋਣੀ ਚਾਹੀਦੀ ਮੈਟ ਦੀ ਕਿ ਤੁਸੀਂ ਪਿਛਲੇ ਸਾਲ ਦੇ ਜਿਹੜੇ ਕੁਐਸਚਨ ਪੇਪਰਸ ਹਨ ਉਹਨਾਂ ਨੂੰ ਤੁਸੀਂ ਅੱਛੀ ਤਰ੍ਹਾਂ ਸਮਝੋ, ਐਨਾਲਾਈਜ਼ ਕਰੋ, ਔਰ ਉਸ ਟਾਈਪ ਦੇ ਹੀ ਜਿਹੜੇ ਪੇਪਰ ਹੈ ਤੁਸੀਂ ਦੇਖੋਗੇ ਕਿ ਹਰ ਸਾਲ ਉਸੇ ਟਾਈਪ ਦਾ ਜਿਹੜਾ ਸਮ ਹੈ, ਜਿਵੇਂ ਕੋਡ ਡੀ ਕੋਡ ਦਾ ਹੈ, ਸੀਰੀਜ਼ ਦਾ ਹੈ, ਅਤੇ ਹੋਰ ਜਿਹੜੇ ਫੈਮਿਲੀ ਰਿਲੇਸ਼ਨਸ ਹੈ, ਡਾਇਰੈਕਸ਼ਨਸ ਹੈ, ਡਿਸਟੈਂਸ ਐਂਡ ਡਾਇਰੈਕਸ਼ਨ, ਚਲੋ ਅਸੀਂ ਉਹਨਾਂ ਟੌਪਿਕਸ ਦੇ ਗੱਲ ਅਸੀਂ ਬਾਅਦ ਵਿੱਚ ਕਰਾਂਗੇ। ਇਸ ਤੋਂ ਇਲਾਵਾ ਕਿੰਨੇ ਘੰਟੇ ਪੜ੍ਹਨਾ ਚਾਹੀਦਾ ਹੈ। 1 ਘੰਟੇ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਇਹਦੇ 'ਚ ਸਿਲੇਬਸ ਕਿਹੜਾ ਪੜ੍ਹਨਾ ਹੈ, ਤੁਸੀਂ ਕੀ ਪੜ੍ਹਾਈ ਕਰੋਗੇ। ਤਾਂ ਇਹਦੇ ਵਿੱਚ ਬੇਟਾ ਸਿਲੇਬਸ ਜਿਹੜਾ ਹੈ ਉਹ 7th ਕਲਾਸ ਦਾ ਪੜ੍ਹਨਾ। 8th ਕਲਾਸ ਨੇ 7th ਕਲਾਸ ਦਾ ਸਿਲੇਬਸ ਪੜ੍ਹਨਾ। NMMS ਵਾਲਿਆਂ ਨੇ 7th ਕਲਾਸ ਦੀ SST, 7th ਕਲਾਸ ਦੀ ਸਾਇੰਸ, 7th ਕਲਾਸ ਦਾ ਮੈਥ, ਔਰ ਮੈਟ ਜਿਹੜਾ ਹੈ ਉਹ ਤਾਂ ਇੱਕ ਵੱਖਰਾ ਹੀ ਵਿਸ਼ਾ ਹੈ। ਅਤੇ ਤੁਸੀਂ ਇਸੇ ਤਰ੍ਹਾਂ NTSC ਵਾਲੇ ਬੱਚਿਆਂ ਨੇ 9th ਕਲਾਸ ਦਾ ਸਿਲੇਬਸ ਪੜ੍ਹਨਾ ਹੈ। ਹਾਂ, 9th ਦਾ ਹੀ ਬਸ ਨਹੀਂ ਜਾਂ 7th ਦਾ ਹੀ ਬਸ ਨਹੀਂ, ਤੁਸੀਂ 8th ਕਲਾਸ ਦਾ ਵੀ ਜਿਹੜਾ NMMS ਵਾਲਿਆਂ ਨੇ 8th ਕਲਾਸ ਦਾ ਹੁਣ ਤੱਕ ਨਵੰਬਰ ਜਾਂ ਦਸੰਬਰ ਜਦ ਤੱਕ ਤੁਹਾਡੇ ਪੇਪਰ ਨਹੀਂ ਹੁੰਦੇ ਉਦੋਂ ਤੱਕ ਦਾ ਸਿਲੇਬਸ ਜਿਹੜਾ 8th ਕਲਾਸ ਦਾ ਵੀ ਤੁਸੀਂ ਬਿਲਕੁਲ ਚੰਗੀ ਤਰ੍ਹਾਂ ਰੱਟਣਾ ਤਾਂ ਮੈਂ ਨਹੀਂ ਕਹਾਂਗੀ, ਤੁਸੀਂ ਸਮਝਣਾ ਹੈ। ਜਿਵੇਂ ਤੁਸੀਂ ਸਾਇੰਸ ਦਾ ਜੇ ਤਿਆਰੀ ਕਰਦੇ ਹੋ ਤਾਂ ਇੱਕ ਟੌਪਿਕ ਲੈ ਕੇ ਉਸ ਨੂੰ ਅੱਛੀ ਤਰ੍ਹਾਂ ਸਮਝਣਾ ਹੈ, ਅਤੇ ਬੁੱਕ ਦੇ ਵਿੱਚ ਤੁਸੀਂ ਇਹ ਨਹੀਂ ਦੇਖਣਾ ਕਿ ਬੁੱਕ ਦੇ ਲੈਸਨ ਖਤਮ ਹੋ ਜਾਣ ਦੇ ਬਾਅਦ ਜਿਹੜੇ ਕੁਐਸਚਨਸ 5, 7, 10 ਕੁਐਸਚਨ ਹੈ ਉਹਨਾਂ ਨੂੰ ਰੱਟ ਲਿਆ ਤਾਂ ਤੁਸੀਂ ਬਹੁਤ ਜ਼ਿਆਦਾ ਸਾਇੰਸ ਪੜ੍ਹ ਲਈ ਹੈ। ਇਹ ਨਹੀਂ, ਤੁਸੀਂ ਸਾਇੰਸ ਦੀ ਬੁੱਕ ਦੇ ਵਿੱਚੋਂ, ਲੈਸਨ ਦੇ ਵਿੱਚੋਂ ਹਰ ਟੌਪਿਕ ਨੂੰ ਉਹਦੇ ਨਾਲ ਰਿਲੇਟਡ ਕਿਤੋਂ ਵੀ ਕੋਈ ਵੀ ਕੁਐਸਚਨ ਆ ਸਕਦਾ ਹੈ। ਇਸੇ ਤਰ੍ਹਾਂ SST ਅਤੇ ਜਿਹੜਾ ਹੈ ਮੈਥ ਦਾ ਵੀ ਤੁਸੀਂ ਬਹੁਤ ਹੀ ਜ਼ਿਆਦਾ ਪੱਕੀ ਕਨਸੈਪਟ ਸਮਝਣੇ ਹਨ। ਪਿਛਲੇ ਕਲਾਸਿਸ ਦੇ ਜਦੋਂ ਤੁਹਾਨੂੰ ਮੈਥ ਨਹੀਂ ਆਉਂਦਾ ਤਾਂ ਤੁਸੀਂ ਇਹ ਪੋਸੀਬਲ ਹੀ ਨਹੀਂ ਕਿ ਤੁਸੀਂ 7th ਔਰ 8th ਦਾ ਮੈਥ ਸਮਝ ਜਾਓ। ਅਤੇ ਅਗਲੀ ਗੱਲ ਹੈ ਬੇਟਾ ਅਸੀਂ ਕਿੰਨੇ ਘੰਟੇ ਪੜ੍ਹਨਾ ਹੈ। ਤਾਂ ਘੰਟੇ ਬੇਟਾ ਤੁਹਾਨੂੰ ਇਹ NMMS ਦੀ ਤਿਆਰੀ ਜਿਹੜੀ 7th ਕਲਾਸ ਦੇ ਵਿੱਚ ਹੀ ਸ਼ੁਰੂ ਕਰ ਦੇਣੀ ਚਾਹੀਦੀ ਹੈ, ਅਤੇ NTSC ਦੀ ਤਿਆਰੀ ਤੁਹਾਨੂੰ 9th ਕਲਾਸ ਵਿੱਚ ਹੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਜਿਨ੍ਹਾਂ ਬੱਚਿਆਂ ਦੇ ਮਾਂ-ਬਾਪ ਇੰਨੇ ਕੁ ਅਲਰਟ ਹੁੰਦੇ ਹਨ ਕਿ ਅਗਲੇ ਸਾਲ ਅਸੀਂ ਆਪਣੇ ਬੱਚੇ ਨੂੰ ਇਹ ਸਕਾਲਰਸ਼ਿਪ ਦਾ ਕੰਪੀਟੀਸ਼ਨ ਐਗਜ਼ਾਮ ਦਿਵਾਉਣਾ ਹੈ, ਉਹ ਆਪਣੇ ਬੱਚੇ ਨੂੰ ਪਿਛਲੇ ਮਤਲਬ ਕਿ 8ਵੀਂ ਕਲਾਸ 'ਚ ਪੇਪਰ ਦੇਣਾ ਹੈ NMMS ਦਾ, ਤਾਂ 7th ਕਲਾਸ ਵਿੱਚ ਹੀ ਉਹ ਆਪਣੇ ਬੱਚੇ ਨੂੰ ਤਿਆਰੀ ਕਰਵਾਉਣੀ ਸ਼ੁਰੂ ਕਰ ਦਿੰਦੇ ਹਨ ਮੈਂਟਲ ਐਬਿਲਿਟੀ ਦੀ ਖਾਸ ਤੌਰ 'ਤੇ।
ਤੇ ਸੈਟ ਦੀ ਵੀ। ਤੇ ਇਸ ਤੋਂ ਇਲਾਵਾ ਬੇਟਾ ਤੁਸੀਂ ਜੇ 7ਵੀਂ ਵਿੱਚ ਨਹੀਂ ਸੀ ਇਹਦੇ ਬਾਰੇ ਅਲਰਟ, ਤਾਂ ਤੁਸੀਂ ਕੀ ਕਰਨਾ ਹੈ, 8ਵੀਂ ਕਲਾਸ ਵਿੱਚ ਆ ਕੇ ਘੱਟ ਤੋਂ ਘੱਟ 7 ਜਾਂ 8 ਘੰਟੇ ਤਾਂ ਜ਼ਰੂਰ ਹੀ ਪੜ੍ਹਨਾ ਹੈ ਔਰ ਖੁਦ ਰਿਸਰਚ ਕਰਨੀ ਹੈ। ਇਹ ਨਹੀਂ ਕਿ ਕੋਈ ਤੁਹਾਨੂੰ ਪੜ੍ਹਾ ਦੇਵੇ ਤਾਂ ਤੁਸੀਂ ਪੜ੍ਹ ਲਿਆ, ਤੁਸੀਂ ਆਪ ਬੁੱਕ ਚੁੱਕ ਕੇ ਆਪ ਸੈਲਫ ਸਟੱਡੀ ਕਰਨੀ ਹੈ ਔਰ ਆਪਣੇ ਨੋਟਸ ਬਣਾਉਣੇ ਹਨ। ਤੇ ਜਿਵੇਂ ਮੈਂ ਤੁਹਾਨੂੰ ਕਿਹਾ ਹੈ ਕਿ ਪਿਛਲੇ ਸਾਲਾਂ ਦੇ ਕੁਐਸਚਨ ਪੇਪਰਸ ਤੁਹਾਨੂੰ ਗੂਗਲ ਤੇ ਮਿਲ ਜਾਣਗੇ, ਤੁਹਾਨੂੰ YouTube ਤੇ ਮਿਲ ਜਾਣਗੇ। ਤੇ YouTube ਤੇ ਜਿਹੜੀ ਤੁਹਾਡੀ ਸਟੱਡੀ ਹੋ ਰਹੀ ਹੈ ਬੜੇ ਐਨਾਲਾਈਜ਼ ਕਰਕੇ ਤੁਹਾਨੂੰ ਪੜ੍ਹਾਇਆ ਜਾਂਦਾ ਹੈ, ਵਿਸ਼ਲੇਸ਼ਣ ਕਰਕੇ। ਐਨਾਲਾਈਜ਼ ਮਤਲਬ ਵਿਸ਼ਲੇਸ਼ਣ ਕਰਦੇ ਆ ਪਿਛਲੇ ਕੁਐਸਚਨ ਪੇਪਰਾਂ ਨੂੰ, ਉਹਨਾਂ ਨੂੰ ਸਮਝਣਾ ਤੇ ਉਹਦੇ ਅਕੋਰਡਿੰਗ ਇੱਕ ਨਵੀਂ ਸਟ੍ਰੈਟਜੀ ਤਿਆਰ ਕਰਨੀ। ਤੇ ਤੁਹਾਡੇ ਜਿਹੜੇ ਹੈ ਸਭ ਤੋਂ ਇਸ ਦੇ ਵਿੱਚ ਇੱਕ ਇੰਪੋਰਟੈਂਟ ਗੱਲ ਕਰਨੀ ਰਹਿ ਗਈ, ਉਹ ਇਹ ਹੈ ਕਿ ਤੁਸੀਂ ਜਦੋਂ ਸਾਰੇ ਹੀ ਟੌਪਿਕ ਮੈਟ ਦੇ ਤਿਆਰ ਕਰ ਲਓਗੇ ਤਾਂ ਇਸੇ ਤਰ੍ਹਾਂ ਸੈਟ ਦੇ ਵੀ ਤਿਆਰ ਕਰ ਲਓਗੇ, ਤਾਂ ਤੁਸੀਂ ਮੌਕ ਟੈਸਟ ਜ਼ਰੂਰ ਜਿਹੜੇ ਅਟੈਂਡ ਕਰੋ। ਮੌਕ ਟੈਸਟ ਤੁਸੀਂ ਕਰਕੇ ਦੇਖਣੇ ਹੈ ਤੇ ਨਾਲ ਨਾਲ ਤੁਸੀਂ ਟਾਈਮਿੰਗ ਵੀ ਨੋਟ ਕਰਨਾ ਹੈ ਕਿ ਤੁਸੀਂ ਸ਼ਾਰਟ ਟ੍ਰਿਕਸ ਦੇ ਨਾਲ ਸਾਰੇ ਸਮਸ ਜਿਹੜੇ ਬਿਫੋਰ 1 ਮਿੰਟ, ਬਿਫੋਰ ਕੰਪਲੀਟਿੰਗ 1 ਮਿੰਟ ਤੁਸੀਂ ਕਰ ਲੈਂਦੇ ਹੋ ਕਿ ਨਹੀਂ। ਤੇ ਮੈਂ ਮੌਕ ਟੈਸਟ ਆਰ compulsory for to crack NMMS and NTSC।